कि विचार विचार के वेख लियाई कि ਇਹਦਾ ਕੀ ਨਿਕਲਿਆ ਸਿੱਟਾ। ਕਿਉਂਕਿ ਵਿਚਾਰਾਂ ਵਿਚਾਰਾਂ ਵਿੱਚ ਫਰਕ ਬੜਾਏ, ਇੱਕ ਕਾਲਾ ਇੱਕ ਚਿੱਟਾ। ਵਿਚਾਰੇ ਬਿਨ ਵਿਚਾਰ ਨਹੀਂ ਸਫਲੀ, ਸੁਣ ਲੈ ਭਾਈ ਮਿੱਤਾ। ਸੀਰਤ ਸੂਰਤ ਇਹਨਾਂ ਦੀ ਉਹੀ ਘੜਦੇ, ਮਨ ਬੀਰ ਵਿਵੇਕ ਜਿਨ੍ਹਾਂ ਦਾ ਕੀਤਾ, ਵਿਵੇਕ ਜਿਨ੍ਹਾਂ ਦਾ ਕੀਤਾ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਮੇਰੇ ਵਿਚਾਰ ਦਾ ਕੇਂਦਰ ਹੈ ਵਿਚਾਰਾਂ ਦੀ ਤੋਰ। ਮਨੁੱਖ ਦੀ ਸੋਚ ਵਿੱਚ ਉੱਠੇ ਮਨੁੱਖੀ ਸਮਝ ਦੇ ਵਲਵਲੇ ਨੂੰ ਵਿਚਾਰਾਂ ਜਾਂ ਥਾਟ ਦਾ ਨਾਮ ਦਿੱਤਾ ਜਾਂਦਾ ਹੈ। ਕਿਸੇ ਮਨੁੱਖ ਦੇ ਵਿਚਾਰਾਂ ਤੋਂ ਹੀ ਉਸਦੀ ਸੋਚਣੀ ਦੀ ਤਸਵੀਰ ਜ਼ਾਹਰ ਹੁੰਦੀ ਹੈ ਤੇ ਕਿਸੇ ਮਨੁੱਖ ਦੀ ਸੋਚ ਵਿਚਲੀ ਗਹਿਰਾਈ ਕਿੰਨੀ ਕੁ ਆ, ਇਸ ਦਾ ਸਪਸ਼ਟੀਕਰਨ ਉਸ ਮਨੁੱਖ ਦੇ ਵਿਚਾਰ ਹੀ ਕਰ ਜਾਂਦੇ ਨੇ। ਆਪਣੀ ਨਿੱਜੀ ਵਿਚਾਰ ਦੇ ਨਾਲ ਨਾਲ ਇਨਸਾਨ ਦੀ ਵਿਚਾਰ ਦਾ ਪੱਖ ਕਿਸੇ ਦੂਜੇ ਦੀ ਕਹੀ ਵਿਚਾਰ ਨੂੰ ਵਿਚਾਰਨਾ ਵੀ ਹੁੰਦਾ ਆ। ਜਿਵੇਂ ਕਿਸੇ ਦੀ ਦਿੱਤੀ ਤਜਵੀਜ਼ ਤੇ ਅਸੀਂ ਆਮ ਹੀ ਇਹ ਗੱਲ ਕਹਿ ਦਿੰਦੇ ਆ ਕਿ ਕੋਈ ਨਾ, ਮੈਂ ਸੋਚ ਵਿਚਾਰ ਕੇ ਦੱਸੂਗਾ। ਇੱਕ ਖਾਸ ਸਮਝ ਮਤਲਬ ਇੱਕ ਸੁਲਝੀ ਹੋਈ ਸਮਝ ਦੇ ਵਿਚਾਰ ਆਮ ਸਮਝ ਨਾਲੋਂ ਕਈ ਗੁਣਾ ਵਜ਼ਨਦਾਰ ਹੁੰਦੇ ਨੇ ਤੇ ਸੁਲਝੀ ਸਮਝ ਦੇ ਇਹੋ ਵਜ਼ਨਦਾਰ ਵਿਚਾਰ ਸਦਾ ਹੀ ਚਾਨਣ ਮੁਨਾਰਾ ਬਣ ਕਿਸੇ ਉਲਝੀ ਸਮਝ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਜਿਵੇਂ ਕਿ ਵਿਵੇਕੀ ਪੁਰਖਾਂ ਦੀਆਂ ਗਿਆਨ ਵਿਚਾਰਕ ਰਚਨਾਵਾਂ ਇੱਕ ਆਮ ਇਨਸਾਨ ਦਾ ਮਾਰਗਦਰਸ਼ਕ ਕਰਵਾਉਂਦੀਆਂ ਨੇ, ਕਿਉਂਕਿ ਇੱਕ ਨਿੱਕਾ ਜਿਹਾ ਸੁਲਝਿਆ ਵਿਚਾਰ ਜਦੋਂ ਕਿਸੇ ਸਮਝ ਦੀ ਗਹਿਰਾਈ ਵਿੱਚ ਉਤਰ ਕੇ ਉਸ ਸਮਝ ਦਾ ਹਿੱਸਾ ਬਣਦਾ ਆ ਤੇ ਫਿਰ ਉਹ ਵਿਚਾਰ ਕਿਸੇ ਜੀਵਨ ਦਾ ਪੰਧ ਬਣ ਉਸ ਜੀਵਨ ਨੂੰ ਬਦਲਣ ਦੀ ਸ਼ਮਤਾ ਰੱਖਦਾ ਆ। ਪਰ ਇਹ ਜੀਵਨ ਬਦਲਾਅ ਸਿਰਫ ਕਿਸੇ ਸੁਲਝੇ ਤੇ ਸੁਗੜ ਵਿਚਾਰ ਨੂੰ ਪੜ੍ਹਨ ਜਾਂ ਸੁਣਨ ਤੱਕ ਸੀਮਤ ਰਹਿ ਕੇ ਨਹੀਂ ਆਉਂਦਾ, ਬਲਕਿ ਉਸ ਵਿਚਾਰ ਨੂੰ ਸੋਚਣੀ ਦੀ ਗਹਿਰਾਈ ਵਿੱਚ ਉਤਾਰ ਕੇ ਤੇ ਆਪਣੇ ਜੀਵਨ ਦਾ ਆਧਾਰ ਬਣਾ ਕੇ ਆਉਂਦਾ ਹੈ। ਕਿਉਂਕਿ ਜਦੋਂ ਤੱਕ ਗੱਲ ਬਿਨਾਂ ਜੀਵਨ ਵਿੱਚ ਢਾਲੇ ਸਿਰਫ ਪੜ੍ਹਨ ਜਾਂ ਸੁਣਨ ਤੱਕ ਸੀਮਤ ਰਹਿ ਜਾਵੇ, ਉਦੋਂ ਤੱਕ ਜੀਵਨ ਬਦਲਾਅ ਨਾਮੁਮਕਿਨ ਹੋ ਜਾਂਦਾ ਹੈ। ਇਹਨਾਂ ਸੁਲਝੇ ਹੋਏ ਵਿਚਾਰਾਂ ਦੀ ਕੜੀ ਮਨੁੱਖ ਦੇ ਜੀਵਨ ਦੇ ਹਰ ਪੱਖ ਨਾਲ ਜੁੜੀ ਹੋਈ ਹੈ ਤੇ ਜਿਸ ਵੀ ਪੱਖ ਦਾ ਵਿਚਾਰ ਮਨੁੱਖੀ ਸਮਝ ਅੰਦਰ ਗਹਿਰਾਈ ਦੀ ਤੋਰ ਫੜ ਜਾਂਦਾ ਆ, ਉਸੇ ਹੀ ਪੱਖ ਵਿੱਚ ਮਨੁੱਖੀ ਮਾਨਸਿਕਤਾ ਦੀ ਸਿਆਣਪ ਝਲਕਣ ਲੱਗ ਪੈਂਦੀ ਆ। ਜਿੱਥੇ ਸਮਾਜ ਨਾਲ ਜੁੜੀ ਹੋਈ ਸਮਾਜਿਕ ਵਿਵਸਥਾ ਠੀਕ ਰੱਖਣ ਲਈ ਉੱਚੇ ਵਿਚਾਰਾਂ ਵਾਲੀ ਵਿਚਾਰਧਾਰਾ ਦੀ ਜ਼ਰੂਰਤ ਹੁੰਦੀ ਏ, ਜੋ ਸਮਾਜਿਕ ਮਨੁੱਖ ਨੂੰ ਉਸਦੇ ਜੀਵਨ ਪ੍ਰਤੀ ਸੁਚੇਤ ਕਰ ਉਸਦੇ ਜੀਵਨ ਪੰਧ ਦੀ ਦਸ਼ਾ ਦਿਸ਼ਾ ਨੂੰ ਠੀਕ ਰੱਖ ਸਕੇ। ਉੱਥੇ ਆਤਮਿਕ ਅਵਸਥਾ ਦੀ ਘਾੜਤ ਘੜਨ ਲਈ ਵੀ ਆਤਮਿਕ ਪੱਖ ਨਾਲ ਜੁੜੇ ਹੋਏ ਡੂੰਘੇ ਤੇ ਗਹਿਰੇ ਵਿਚਾਰ ਮਨੁੱਖੀ ਸਮਝ ਦਾ ਹਿੱਸਾ ਬਣਨੇ ਬੜੇ ਜ਼ਰੂਰੀ ਨੇ। ਜਿਸ ਮਾਨਸਿਕਤਾ ਵਿੱਚ ਜਿਵੇਂ ਦੇ ਵਿਚਾਰ ਤੋਰ ਫੜਦੇ ਨੇ, ਮਨੁੱਖੀ ਮਾਨਸਿਕਤਾ ਉਸੇ ਹੀ ਪੱਖ ਵੱਲ ਨੂੰ ਹੋ ਤੁਰਦੀ। ਇਸ ਕਰਕੇ ਸੋਚ ਵਿੱਚ ਚੰਗੇ ਵਿਚਾਰਾਂ ਦੀ ਤੋਰ ਤੁਰਨੀ ਬੜੀ ਜ਼ਰੂਰੀ ਆ। ਤਕਰੀਬਨ ਹਰ ਮਜ਼ਹਬ ਦੀ ਰੂਹਾਨੀ ਵਿਚਾਰਧਾਰਾ ਮਨੁੱਖ ਨੂੰ ਮਨੁੱਖ ਦੇ ਆਤਮਿਕ ਜੀਵਨ ਦੀ ਸੋਝੀ ਕਰਾ ਉਸਦੇ ਰੂਹਾਨੀ ਜੀਵਨ ਮਕਸਦ ਤੋਂ ਜਾਣੂ ਕਰਵਾਉਂਦੀ ਹੋਈ ਉਸ ਮਜ਼ਹਬ ਦੇ ਰਹਿਬਰਾਂ ਪੈਰੋਕਾਰਾਂ ਵੱਲੋਂ ਦਿੱਤੀ ਹੋਈ ਰੂਹਾਨੀ ਸਮਝ ਨਾਲ ਜੋੜਦੀ ਹੈ। ਪਰ ਜਦੋਂ ਤੱਕ ਆਤਮਿਕ ਡੂੰਘਿਆਈ ਤੋਂ ਨਿਕਲਿਆ ਵਿਚਾਰ ਇਨਸਾਨ ਦੀ ਸਮਝ ਦਾ ਹਿੱਸਾ ਬਣ ਉਸੇ ਹੀ ਡੂੰਘਿਆਈ ਤੋਂ ਤੋਰ ਨਹੀਂ ਫੜਦਾ ਜਿਸ ਗਹਿਰਾਈ ਤੋਂ ਉਸ ਵਿਚਾਰ ਦੀ ਆਮਦ ਹੋਈ, ਉਹਨਾਂ ਚਿਰ ਤੱਕ ਉਹ ਵਿਚਾਰ ਸਿਰਫ ਕੰਨਾਂ ਦੀ ਸੁਣਨ ਸ਼ਕਤੀ ਦਾ ਹੀ ਹਿੱਸਾ ਬਣ ਖਲੋ ਜਾਂਦਾ ਹੈ। ਕਿਉਂਕਿ ਜਿੰਨਾ ਚਿਰ ਤੱਕ ਵਿਚਾਰ ਸਮਝ ਦੀ ਤੋਰ ਨਹੀਂ ਫੜਦਾ, ਉਹਨਾਂ ਚਿਰ ਤੱਕ ਉਹ ਪ੍ਰਫੁੱਲਤ ਨਹੀਂ ਹੁੰਦਾ, ਜਿਸ ਕਰਕੇ ਆਤਮਿਕ ਅਵਸਥਾ ਦੀ ਕੜਾਈ ਵੀ ਰੁਕੀ ਹੀ ਰਹਿ ਜਾਂਦੀ ਹੈ। ਗੁਰੂ ਗੁਰਬਾਣੀ ਸਾਨੂੰ ਇਨਸਾਨਾਂ ਨੂੰ ਹਰ ਰੋਜ਼ ਸਾਡੇ ਜੀਵਨ ਦਾ ਰੂਹਾਨੀ ਪੱਖ ਸਾਡੇ ਸਾਹਮਣੇ ਰੱਖ ਸਾਨੂੰ ਯਾਦ ਦਿਵਾਉਂਦੀ ਏ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੁਰੂ ਗੁਰਬਾਣੀ ਦੇ ਇਸ ਵਿਚਾਰ ਦੀ ਪੁਕਾਰ ਤਕਰੀਬਨ ਹਰ ਰੋਜ਼ ਸੰਧਿਆ ਦੀ ਰਹਿਰਾਸ ਦੁਆਰਾ ਸਾਡੇ ਕੰਨਾਂ ਵਿੱਚ ਪੈਂਦੀ ਹੈ। ਹੁਣ ਵਿਚਾਰਨ ਵਾਲੀ ਗੱਲ ਇਹ ਆ ਕਿ ਇਸ ਵਿਚਾਰ ਨੂੰ ਹਰ ਰੋਜ਼ ਸੁਣ ਕੇ ਅਸੀਂ ਇਸ ਵਿਚਾਰ ਤੇ ਵਿਚਾਰ ਕਿੰਨੀ ਕੁ ਕੀਤੀ, ਇਸ ਵਿਚਾਰ ਨੂੰ ਅਮਲ ਵਿੱਚ ਕਿੰਨਾ ਕੁ ਲਿਆਂਦਾ, ਇਸ ਵਿਚਾਰ ਨੂੰ ਜੀਵਨ ਵਿੱਚ ਕਿੰਨਾ ਕੁ ਢਾਲਿਆ ਤੇ ਇਸ ਵਿਚਾਰ ਦੀ ਤੋਰ ਕਿੰਨੀ ਕੁ ਤੁਰੀ। ਕਿਉਂਕਿ ਜਦੋਂ ਤੱਕ ਇਹ ਵਿਚਾਰ ਸਾਡੀ ਸੋਚ ਦੀ ਸੋਚਣੀ ਦਾ ਹਿੱਸਾ ਬਣ ਤੋਰ ਨਹੀਂ ਫੜਦਾ, ਉਦੋਂ ਤੱਕ ਇਹ ਵਿਚਾਰ ਸਾਨੂੰ ਸਾਡੇ ਮਕਸਦ ਵੱਲ ਵੀ ਨਹੀਂ ਤੋਰਦਾ। ਤਾਂ ਹੀ ਤਾਂ ਕਿਸੇ ਸੁਲਝੇ ਵਿਚਾਰ ਨੂੰ ਬਾਰ-ਬਾਰ ਦੁਹਰਾਉਣਾ ਪੈਂਦਾ ਆ, ਬਾਰ-ਬਾਰ ਉਸ ਗੱਲ ਤੇ ਅਮਲ ਕਰਨ ਨੂੰ ਕਹਿਣਾ ਪੈਂਦਾ ਆ। ਕਿਉਂਕਿ ਜੇ ਇੱਕੋ ਵਾਰ ਕਹਿਣ, ਸੁਣਨ ਜਾਂ ਪੜ੍ਹਨ ਤੇ ਵਿਚਾਰ ਦੀ ਡੂੰਘਿਆਈ ਸਾਡੀ ਸਮਝ ਵਿੱਚ ਆ ਵਿਚਾਰ ਤੋਰ ਫੜ ਜਾਵੇ, ਫਿਰ ਉਹਨੂੰ ਦੁਹਰਾਉਣ ਦੀ ਕੋਈ ਗੁੰਜਾਇਸ਼ ਪਿੱਛੇ ਬਚਦੀ ਹੀ ਨਹੀਂ
ਤੇ ਜੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਲੇ ਵਿਚਾਰ ਨੇ ਸਾਡੀ ਸਮਝ ਦਾ ਹਿੱਸਾ ਬਣ ਤੋਰ ਫੜ ਲਈ ਹੁੰਦੀ ਤੇ ਫਿਰ ਅਸੀਂ ਜ਼ਰੂਰ ਹੀ ਆਪਣੇ ਆਤਮਕ ਪੱਖ ਨੂੰ ਸਵਾਰਨ ਵਾਲਾ ਰਾਹ ਫੜ ਆਪਣੀ ਮੰਜ਼ਿਲ ਵੱਲ ਨੂੰ ਵੀ ਤੁਰ ਪਏ ਹੁੰਦੇ। ਤੇ ਹੁਣ ਅਖੀਰ ਇੱਕ ਝਾਤ ਪਾਈਏ ਆਪਣੇ ਜੀਵਨ ਤੇ ਅਤੇ ਵੇਖੀਏ ਕਿ ਗੁਰੂ ਗੁਰਬਾਣੀ ਦੁਆਰਾ ਜਾਂ ਫਿਰ ਪਰਮ ਪੁਰਖ ਪਰਮਾਤਮਾ ਨੂੰ ਬੁੱਝਣ ਵਾਲੇ ਰੱਬੀ ਰਹਿਬਰਾਂ ਨੇ ਸਾਨੂੰ ਸਾਡਾ ਜੀਵਨ ਮਕਸਦ ਸਮਝਾਉਂਦਿਆਂ ਜਿਨ੍ਹਾਂ ਵਿਚਾਰਾਂ ਤੋਂ ਸਾਨੂੰ ਰੂਬਰੂ ਕੀਤਾ ਏ ਕਿ ਅਸੀਂ ਉਹਨਾਂ ਵਿਚਾਰਾਂ ਨੂੰ ਸਿਰਫ ਸੁਣਿਆ ਹੀ ਆ ਜਾਂ ਫਿਰ ਅਮਲ ਵਿੱਚ ਉਤਾਰ ਉਹਦੀ ਪੈੜ ਵੀ ਫੜੀ ਆ। ਕਿਉਂਕਿ ਜੀਵਨ ਵਿੱਚ ਬਦਲਾਅ ਸਿਰਫ ਵਿਚਾਰਾਂ ਨੂੰ ਸੁਣ ਕੇ ਨਹੀਂ, ਵਿਚਾਰਾਂ ਨੂੰ ਵਿਚਾਰ ਕੇ ਤੇ ਸਮਝ ਵਿੱਚ ਵਿਚਾਰਾਂ ਦੀ ਤੋਰ ਤੁਰ ਕੇ ਪ੍ਰਫੁੱਲਤ ਹੋਈ ਵਿਵੇਕ ਨਾਲ ਆਉਂਦਾ ਆ। ਸਤਿ ਸ੍ਰੀ ਅਕਾਲ ਜੀ।